ਹੈਲੋ ਟੂ एवरीवन। ਅੱਜ ਆਪਾਂ ਯੂਨਿਟ 3 ਦੇ ਚੈਪਟਰ 4 ਦੇ ਕੁਝ ਰਹਿੰਦੇ ਹੋਏ ਟੌਪਿਕਸ ਕੰਪਲੀਟ ਕਰਾਂਗੇ। ਇਹ ਉਹ ਟੌਪਿਕਸ ਨੇ ਜਿਹੜੇ CBSE ਸਿਲੇਬਸ ਵਿੱਚ ਹੁਣ ਕੱਟ ਹੋ ਗਏ ਨੇ, ਬਟ ਤੁਹਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲਿਆਂ ਨੇ ਜਾਂ ਸਟੇਟ ਬੋਰਡ ਵਾਲਿਆਂ ਨੇ ਇਹ ਟੌਪਿਕ ਹਜੇ ਵੀ ਰੱਖੇ ਹੋਏ ਨੇ। ਸੋ ਪਹਿਲਾ ਟੌਪਿਕ ਅਸੀਂ ਜਿਹੜਾ ਕਰਨਾ ਹੈ ਉਹ ਹੈ ਮੈਗਨੈਟਿਕ ਫੀਲਡ ਔਨ ਐਕਸੀਅਲ ਲਾਈਨ ਆਫ ਅ ਬਾਰ ਮੈਗਨੇਟ। ਇਹ ਬਿਲਕੁਲ ਉਵੇਂ ਹੀ ਹੋਏਗਾ ਜਿਹੜੇ ਤੁਸੀਂ ਪਿੱਛੇ ਇਲੈਕਟ੍ਰਿਕ ਫੀਲਡ ਵਗੈਰਾ ਦੇ ਟਾਈਮ 'ਤੇ ਟੌਪਿਕ ਕੀਤੇ ਹੈਗੇ ਕਿ ਤੁਹਾਡੇ ਕੋਲ ਡਾਈਪੋਲ ਹੈ ਅਤੇ ਐਕਸੀਅਲ ਲਾਈਨ ਦੇ ਉੱਪਰ ਇਲੈਕਟ੍ਰਿਕ ਫੀਲਡ ਫਾਈਂਡ ਕਰ ਲਓ ਅਤੇ ਇਕੁਆਟੋਰੀਅਲ ਲਾਈਨ ਦੇ ਉੱਪਰ ਇਲੈਕਟ੍ਰਿਕ ਫੀਲਡ ਫਾਈਂਡ ਕਰ ਲਓ। ਇੱਥੇ ਅਸੀਂ ਬਾਰ ਮੈਗਨੇਟ ਲੈ ਲੈਣਾ, ਉਹਦੇ ਨਾਰਥ ਪੋਲ ਐਂਡ ਸਾਊਥ ਪੋਲ ਲੈ ਲੈਂਦੇ ਹਾਂ, ਜਿਨ੍ਹਾਂ ਦੀ ਸਟਰੈਂਥ ਸਮੋਲ m ਹੈ। ਠੀਕ ਹੈ, ਉਹ ਸੈਪਰੇਟ ਕੀਤੇ ਗਏ ਨੇ ਬਾਏ ਦੀ ਲੈਂਥ ਆਫ 2L ਜੋ ਕਿ ਮੈਗਨੈਟਿਕ ਲੈਂਥ ਕਹਿਲਾਉਂਦੀ ਹੈ। ਉਹ ਅਸੀਂ ਲੈ ਲਿਆ ਉਹਦਾ ਸੈਂਟਰ, ਪੋਲ ਦੀ ਸਟਰੈਂਥ ਸਮੋਲ m ਲੈ ਲਈ। ਹੁਣ ਅਸੀਂ ਇਸ ਨਾਰਥ ਪੋਲ ਦੇ ਕਰਕੇ ਮੈਗਨੈਟਿਕ ਫੀਲਡ ਲੈ ਲਈ B1 ਜਿਹੜੀ ਕਿ ਇਸ ਡਾਇਰੈਕਸ਼ਨ ਵਿੱਚ ਜਾ ਰਹੀ ਹੈ। ਠੀਕ, ਉਸ ਤੋਂ ਬਾਅਦ ਅਸੀਂ B2 ਲੈ ਲਈ ਮੈਗਨੈਟਿਕ ਫੀਲਡ ਸਾਊਥ ਪੋਲ ਦੇ ਕਰਕੇ ਜਿਹੜੀ ਆਪੋਜ਼ਿਟ ਡਾਇਰੈਕਸ਼ਨ 'ਚ ਜਾ ਰਹੀ ਹੈ। ਠੀਕ ਹੈ ਜੀ, ਹੁਣ ਜਿਹੜੀ ਅਸੀਂ ਰਿਜ਼ਲਟੈਂਟ ਲੈਣਾ ਹੈ ਉਹ ਲੈਣੀ ਹੈ B ਐਕਸੀਅਲ, ਅਤੇ ਇਹ ਰਿਜ਼ਲਟੈਂਟ ਹੋਏਗੀ B1 ਐਂਡ B2 ਦਾ। ਹੁਣ ਉਹਦਾ ਫਾਰਮੂਲਾ ਅਸੀਂ ਇਹ ਕਿਉਂਕਿ ਵੈਕਟਰ ਕੁਆਂਟੀਟੀਜ਼ ਨੇ ਤਾਂ ਅਸੀਂ B ਐਕਸੀਅਲ ਨੂੰ ਲਿਖ ਸਕਦੇ ਹਾਂ B1 ਪਲੱਸ B2 ਵੈਕਟਰ ਫਾਰਮ ਵਿੱਚ। ਹੁਣ ਅਸੀਂ B1 ਅਤੇ B2 ਦਾ ਮੈਗਨੀਟਿਊਡ ਕੱਢੀਏ। B1 ਇਜ਼ ਇਕੁਅਲ ਟੂ μ0/4π m ਡਿਵਾਈਡਡ ਬਾਈ NP ਸਕੁਆਇਰ। N ਤੋਂ P ਆ ਡਿਸਟੈਂਸ ਦਾ ਸਕੁਆਇਰ। ਆ ਡਿਸਟੈਂਸ ਕਿਵੇਂ ਨਿਕਲੇਗਾ? ਆ O ਤੋਂ P ਤੱਕ ਪੂਰਾ ਡਿਸਟੈਂਸ ਕਿੰਨਾ ਹੈ R, O ਤੋਂ N ਤੱਕ ਡਿਸਟੈਂਸ ਕਿੰਨਾ ਹੈ L। ਅਸੀਂ ਫਾਈਂਡ ਕਰਨਾ ਹੈ NP, ਤਾਂ ਕਿਵੇਂ ਕੱਢਾਂਗੇ R ਮਾਈਨਸ L। ਠੀਕ ਹੈ ਜੀ, ਇਸ ਤੋਂ ਆ ਗਿਆ ਸਾਡੇ ਕੋਲੇ B1। ਨੈਕਸਟ ਸਾਡੇ ਕੋਲੇ ਆਉਣਾ ਹੈ B2। B2 ਵਾਸਤੇ ਅਸੀਂ ਕੀਤਾ μ0/4π m/SP ਦਾ ਸਕੁਆਇਰ। SP ਮਤਲਬ ਕਿ ਸਾਊਥ ਪੋਲ ਤੋਂ ਲੈ ਕੇ ਪੁਆਇੰਟ P ਤੱਕ ਦਾ ਡਿਸਟੈਂਸ। ਉਹ ਅਸੀਂ ਕਿਵੇਂ ਕੱਢਾਂਗੇ? O ਤੱਕ ਦਾ ਡਿਸਟੈਂਸ, OP ਦਾ ਡਿਸਟੈਂਸ ਕਿੰਨਾ ਹੈ R, OS ਦਾ ਡਿਸਟੈਂਸ ਕਿੰਨਾ ਹੈ L, ਤਾਂ ਪੂਰਾ ਦਾ ਪੂਰਾ SP ਦਾ ਡਿਸਟੈਂਸ ਕਿੰਨਾ ਹੋ ਗਿਆ L ਪਲੱਸ R। ਕਲੀਅਰ ਹੋ ਗਿਆ ਜੀ। ਅਤੇ ਇਹਨਾਂ ਦੀਆਂ ਡਾਇਰੈਕਸ਼ਨਸ ਅਸੀਂ ਇੱਥੇ ਲਿਖ ਦੇਣੀ ਹੈਗੀਆਂ ਕਿ B1 ਜਿਹੜੀ ਹੈ ਉਹ ਅਲੋਂਗ PX ਹੈ, ਜੇ ਆਹ X ਐਕਸਿਸ ਹੈ ਤਾਂ ਜਿਹੜੀ ਸਾਡੀ B1 ਹੈ ਉਹ PX ਦੇ ਅਲੋਂਗ ਐਕਟ ਕਰ ਰਹੀ ਹੈ, ਅਤੇ ਜਿਹੜੀ ਸਾਡੀ B2 ਹੈ ਉਹ ਅਲੋਂਗ PN ਕਹਿ ਸਕਦੇ ਹੋ, PO ਕਹਿ ਸਕਦੇ ਹੋ, ਜਿਵੇਂ ਵੀ ਤੁਹਾਨੂੰ ਠੀਕ ਲੱਗੇ, PS ਕਹਿ ਸਕਦੇ ਹੋ। ਠੀਕ ਹੈ ਜੀ, ਇੱਥੋਂ ਕਲੀਅਰ ਹੋ ਰਿਹਾ ਆਹ ਵੈਲਿਊਜ਼ ਤੋਂ, ਫਾਰਮੂਲਾਜ਼ ਤੋਂ ਕਲੀਅਰ ਹੋ ਰਿਹਾ ਕਿ ਸਾਡਾ B1 ਜਿਹੜਾ ਹੈ ਉਹ B2 ਤੋਂ ਗ੍ਰੇਟਰ ਹੈ। ਇਸ ਕਰਕੇ ਅਤੇ ਆਪੋਜ਼ਿਟ ਡਾਇਰੈਕਸ਼ਨ ਵਿੱਚ ਐਕਟ ਕਰ ਰਹੇ ਹੈ, ਇਸ ਕਰਕੇ ਸਾਡੇ ਕੋਲ B ਐਕਚੁਅਲ ਕੀ ਆ ਜਾਏਗਾ ਜੇ ਅਸੀਂ ਉਹਨਾਂ ਦਾ ਮੈਗਨੀਟਿਊਡ ਕੱਢਣਾ ਹੋਵੇ B1 ਮਾਈਨਸ B2, ਅਤੇ ਐਕਟ ਕਿਹੜੀ ਅਲੋਂਗ ਕਰੇਗਾ PX ਦੇ ਅਲੋਂਗ। ਕਿਉਂ? ਕਿਉਂਕਿ B1 ਵੈਲਿਊ ਜਿਹੜੀ ਹੈ ਉਹ ਵੱਡੀ ਹੈ, ਇਸ ਕਰਕੇ ਉਹ ਉਸੇ ਡਾਇਰੈਕਸ਼ਨ ਵਿੱਚ ਐਕਟ ਕਰੇਗਾ ਜਿਸ ਡਾਇਰੈਕਸ਼ਨ ਵਿੱਚ B1 ਹੈ। ਅਸੀਂ ਇਹਨਾਂ ਦੋਨਾਂ ਦੀਆਂ ਵੈਲਿਊਜ਼ ਪੁੱਟ ਕਰੀਏ ਅਤੇ ਸਿੰਪਲੀਫਾਈ ਕਰੀਏ ਤਾਂ ਸਾਡੇ ਕੋਲ B ਐਕਚੁਅਲ ਦੀ ਵੈਲਿਊ ਆ ਜਾਂਦੀ ਹੈ μ0/4π m × 4RL ਡਿਵਾਈਡਡ ਬਾਈ R ਸਕੁਆਇਰ ਮਾਈਨਸ L ਸਕੁਆਇਰ ਦਾ ਹੋਲ ਸਕੁਆਇਰ। ਤੁਸੀਂ ਕੈਲਕੂਲੇਸ਼ਨਸ ਇੱਥੇ ਦੇਖ ਸਕਦੇ ਹੋ। ਠੀਕ, ਹੁਣ ਸਾਨੂੰ ਪਤਾ ਹੈ ਮੈਗਨੈਟਿਕ ਡਾਈਪੋਲ ਮੂਵਮੈਂਟ ਦਾ ਫਾਰਮੂਲਾ ਕੀ ਹੁੰਦਾ ਹੈ, ਸਮੋਲ m × 2L। ਅਸੀਂ ਇੱਥੋਂ ਸਮੋਲ m L ਅਤੇ 4 ਦੀ ਜਗ੍ਹਾ 'ਤੇ 2 × 2 ਲਿਖ ਕੇ 2 ਬਾਰ ਕੱਢ ਸਕਦੇ ਹਾਂ, ਤਾਂ ਸਾਡੇ ਕੋਲ B ਐਕਚੁਅਲ ਆ ਜਾਂਦਾ ਹੈ μ0/4π × 2 ਕੈਪੀਟਲ M × R ਡਿਵਾਈਡਡ ਬਾਈ R ਸਕੁਆਇਰ ਮਾਈਨਸ L ਸਕੁਆਇਰ ਦਾ ਹੋਲ ਸਕੁਆਇਰ ਅਲੋਂਗ PX। ਪਲੀਜ਼ ਡਾਇਰੈਕਸ਼ਨ ਜ਼ਰੂਰ ਲਿਖੋ ਕਿਉਂਕਿ ਮੈਗਨੈਟਿਕ ਫੀਲਡ ਜਿਹੜੀ ਹੈ ਉਹ ਵੈਕਟਰ ਕੁਆਂਟਿਟੀ ਹੈ। ਹੁਣ ਇੱਥੇ ਅਸੀਂ ਇੱਕ ਕੇਸ ਕਰਨਾ ਹੈ ਕਿ ਜੇ ਲੈਂਥ ਜਿਹੜੀ ਹੈ ਉਹ ਬਹੁਤ ਛੋਟੀ ਹੈ ਡਿਸਟੈਂਸ ਤੋਂ, ਮਤਲਬ ਕਿ ਜਿਹੜੀ ਤੁਹਾਡੀ ਮੈਗਨੇਟ ਹੈ ਉਹ ਬਹੁਤ ਛੋਟੀ ਹੈ ਅਤੇ ਤੁਸੀਂ ਜਿਹੜਾ ਪੁਆਇੰਟ P ਲੈ ਰਹੇ ਹੋ ਉਹ ਬਹੁਤ ਜ਼ਿਆਦਾ ਦੂਰ ਹੈ, ਤਾਂ ਸਾਡਾ L ਸਕੁਆਇਰ ਜਿਹੜਾ ਹੈ ਉਹ ਹੋਰ ਵੀ ਛੋਟਾ ਹੋ ਜਾਏਗਾ R ਸਕੁਆਇਰ ਤੋਂ। ਇਸ ਕਰਕੇ ਅਸੀਂ L ਸਕੁਆਇਰ ਨੂੰ ਨਿਗਲੈਕਟ ਕਰ ਸਕਦੇ ਹਾਂ, ਤਾਂ ਸਾਡੇ ਕੋਲ B ਐਕਚੁਅਲ ਦੀ ਵੈਲਿਊ ਕੀ ਆ ਜਾਂਦੀ ਹੈ μ0/4π × 2m ਡਿਵਾਈਡਡ ਬਾਈ R ਕਿਊਬ, ਅਤੇ ਐਕਟ ਕਰੇਗੀ ਅਲੋਂਗ PX। ਨੈਕਸਟ ਡੈਰੀਵੇਸ਼ਨ ਜਿਹੜੀ ਸਾਡੇ ਕੋਲ ਆਉਂਦੀ ਹੈ ਉਹ ਹੈ ਮੈਗਨੈਟਿਕ ਫੀਲਡ ਔਨ ਇਕੁਆਟੋਰੀਅਲ ਲਾਈਨ ਆਫ ਬਾਰ ਮੈਗਨੇਟ। ਹੁਣ ਇਹਨੂੰ ਫਾਈਂਡ ਕਰਨ ਵਾਸਤੇ ਅਸੀਂ ਉਹੀ ਬਾਰ ਮੈਗਨੇਟ ਲੈ ਲਈ, ਉਹਦੇ ਮੈਗਨੈਟਿਕ ਪੋਲਸ ਦੀ ਸਟਰੈਂਥ ਸਮੋਲ m ਲੈ ਲਈ, 2L ਉਹਦੇ ਮੈਗਨੈਟਿਕ ਲੈਂਥ ਲੈ ਲਈ, O ਉਹਦਾ ਸੈਂਟਰ ਲੈ ਲਿਆ। ਹੁਣ ਅਸੀਂ ਲਿਆ ਪੁਆਇੰਟ P। ਇਹ ਪੁਆਇੰਟ P ਜਿਹੜਾ ਹੈ ਉਹ R ਡਿਸਟੈਂਸ 'ਤੇ ਪਿਆ ਫਰੋਮ ਦੀ ਸੈਂਟਰ ਆਫ ਦੀ ਮੈਗਨੇਟ। ਸੈਂਟਰ ਆਫ ਦੀ ਮੈਗਨੇਟ ਤੋਂ ਜਿਹੜਾ ਇਹ ਡਿਸਟੈਂਸ ਹੈ ਉਹ ਹੈ R।
ठीक। ਹੁਣ ਇੱਥੇ ਜੇ ਤੁਸੀਂ ਦੇਖਦੇ ਹੈਗੇ ਹੋਗੇ ਕਿ ਇਹ ਪੁਆਇੰਟ P ਜਿਹੜਾ ਹੈ ਉਹ ਸਾਊਥ ਪੋਲ ਤੇ ਨਾਰਥ ਪੋਲ ਨਾਲ ਇੱਕ ਐਂਗਲ ਬਣਾ ਰਿਹਾ ਥੀਟਾ ਐਂਗਲ। ਪਲੀਜ਼ ਇਹ ਇੰਪੋਰਟੈਂਟ ਹੈ ਕਿ ਉਹ ਐਂਗਲ ਬਣਾ ਰਿਹਾ ਹੈਗਾ ਗਾ ਤੇ ਅਸੀਂ ਉਹਨੂੰ ਕੰਸੀਡਰ ਕਰਨਾ ਹੈ। ਹੁਣ ਬਿਕੋਜ਼ ਆਫ ਸਾਊਥ ਪੋਲ, ਠੀਕ, ਉਹ ਮੈਗਨੈਟਿਕ ਫੀਲਡ ਐਕਸਪੀਰੀਅੰਸ ਕਰ ਰਿਹਾ ਹੈ, ਉਹ ਹੈ B2 ਮੈਗਨੈਟਿਕ ਫੀਲਡ ਐਕਸਪੀਰੀਅੰਸ ਕਰ ਰਿਹਾ। ਹੁਣ ਨਾਰਥ ਪੋਲ ਦੇ ਕਰਕੇ ਉਹ ਮੈਗਨੈਟਿਕ ਫੀਲਡ ਐਕਸਪੀਰੀਅੰਸ ਕਰ ਰਿਹਾ B1, ਇੱਥੇ B1 ਜਾ ਰਹੀ ਹੈ। ਇਹਨਾਂ ਦੋਨਾਂ ਦਾ ਰਿਜ਼ਲਟੈਂਟ ਜਿਹੜਾ ਹੋਏਗਾ ਉਹ ਹੋਏਗਾ ਇਸ ਡਾਇਰੈਕਸ਼ਨ 'ਚ, ਤੇ ਉਹਨੂੰ ਅਸੀਂ B ਇਕੁਇਵਲੈਂਟ ਕਹਿਣਾ ਹੈ ਜਾਂ ਫਿਰ ਇਕੁਆਟੋਰੀਅਲ। B ਇਕੁਆਟੋਰੀਅਲ ਇਸ ਡਾਇਰੈਕਸ਼ਨ 'ਚ ਹੋਏਗਾ। ਆਹ ਐਂਗਲ ਥੀਟਾ ਹੈ ਤਾਂ ਆਹ ਵਾਲੇ ਐਂਗਲ ਵੀ ਥੀਟਾ ਹੋਏਗਾ। ਹੁਣ ਅੱਗੇ ਅਸੀਂ ਇਹਦੀ ਡੈਰੀਵੇਸ਼ਨ ਕਰਦੇ ਹਾਂ। B1 and B2 be the magnetic fields due to north pole and south pole. Resultant of B1 and B2 is B equatorial and is given by B1 plus B2. ਹੁਣ ਅਸੀਂ B1 ਦਾ ਮੈਗਨੀਟਿਊਡ ਕੱਢਾਂਗੇ μ0/4π m/np²। ਹੁਣ ਇੱਥੇ np² ਜਿਹੜਾ ਅਸੀਂ ਕੱਢਣਾ ਹੈ, np ਆ ਕੱਢਣਾ, np ਆ ਡਿਸਟੈਂਸ ਕੱਢਣਾ ਹੈ। ਆ ਸਾਡੇ ਕੋਲੇ ਰਾਈਟ ਐਂਗਲ ਟਰਾਇੰਗਲ ਬਣ ਗਿਆ। ਆ ਸਾਡੇ ਕੋਲੇ ਡਿਸਟੈਂਸ L ਹੈ, ਆ R ਹੈ, ਤਾਂ ਆ ਕੀ ਬਣਿਆ R² plus L² ਦਾ ਅੰਡਰ ਰੂਟ। ਕਿਉਂ? ਪਾਈਥਾਗੋਰਸ ਥਿਓਰਮ ਕਹਿੰਦੀ ਹੈ। ਪਰ ਅਸੀਂ NP ਦਾ ਸਕੁਆਇਰ ਲੈਣਾ ਹੈ ਤਾਂ ਸਾਡੇ ਕੋਲੇ R² plus L² ਹੀ ਆ ਜਾਂਦਾ ਹੈ। ਠੀਕ, ਇਹ ਕਿਹੜੀ ਸਾਈਡ ਨੂੰ ਐਕਟ ਕਰ ਰਿਹਾ? ਅਲੋਂਗ NP। ਹੁਣ ਨੈਕਸਟ ਸਾਡੇ ਕੋਲੇ ਆਉਂਦੀ ਹੈਗੀ ਕਿ B2 ਦੀ ਵੈਲਿਊ। B2 ਦੀ ਵੈਲਿਊ ਵੀ ਅਸੀਂ ਬਿਲਕੁਲ ਸਿਮਿਲਰਲੀ ਉਸੇ ਤਰੀਕੇ ਨਾਲ ਕੱਢਣੀ ਹੈ, ਬਸ ਇਹਦੀ ਡਾਇਰੈਕਸ਼ਨ PS ਦੇ ਅਲੋਂਗ ਹੋਏਗੀ। NP ਦੇ ਅਲੋਂਗ ਮਤਲਬ ਬਾਹਰ ਨੂੰ ਜਾ ਰਹੀ ਹੈ, ਆ PS ਦੇ ਅਲੋਂਗ ਮਤਲਬ ਇਸ ਡਾਇਰੈਕਸ਼ਨ ਸਾਊਥ ਪੋਲ ਵੱਲ ਨੂੰ ਆ ਰਹੀ ਹੈ। ਹੁਣ ਅਸੀਂ ਇੱਥੋਂ ਦੇਖ ਰਹੇ ਹੈਗੇ ਕਿ ਜਿਹੜਾ ਮੈਗਨੀਟਿਊਡ ਹੈ ਉਹ ਤਾਂ ਬਿਲਕੁਲ ਸੇਮ ਹੈ। ਠੀਕ, ਮੈਗਨੀਟਿਊਡ ਸੇਮ ਹੈ, ਬਸ ਉਹਨਾਂ ਦੀ ਡਾਇਰੈਕਸ਼ਨ ਡਿਫਰੈਂਟ ਹੈ। ਜੇ ਅਸੀਂ ਰਿਜ਼ਲਟੈਂਟ ਫਾਈਂਡ ਕਰਨਾ ਹੈ ਤਾਂ ਹੁਣ ਸਾਨੂੰ ਕੀ ਕਰਨਾ ਪਏਗਾ? B1 ਤੇ B2 ਨੂੰ ਡਿਵਾਈਡ ਕਰਨਾ ਪਏਗਾ ਉਹਦੇ ਰੈਕਟੈਂਗੂਲਰ ਕੰਪੋਨੈਂਟਸ ਦੇ ਵਿੱਚ। ਤਾਂ ਅਸੀਂ ਪਹਿਲਾਂ B1 ਨੂੰ ਡਿਵਾਈਡ ਕਰਦੇ ਹਾਂ। B1 ਜਿਹੜਾ ਹੈ ਇਸ ਡਾਇਰੈਕਸ਼ਨ 'ਚ ਜਾ ਰਿਹਾ। ਜੇ ਅਸੀਂ ਇਹਨੂੰ ਰੈਕਟੈਂਗੂਲਰ ਕੰਪੋਨੈਂਟਸ ਵਿੱਚ ਡਿਵਾਈਡ ਕਰਨਾ ਤੇ ਆਹ ਐਂਗਲ ਥੀਟਾ ਹੈ, ਤਾਂ ਜਿਹੜਾ ਕੋਲ ਵਾਲੀ ਸਾਈਡ ਹੋਏਗੀ ਦੈਟ ਇਜ਼ ਕੌਸ ਕੰਪੋਨੈਂਟ ਹੋਏਗਾ ਕੋਲ ਵਾਲੀ ਸਾਈਡ। ਦੂਸਰਾ ਕੰਪੋਨੈਂਟ ਜਿਹੜਾ ਬਚਿਆ ਉਹ ਕੀ ਹੋਏਗਾ? ਸਾਈਨ। ਇਹੀ ਤਰੀਕਾ ਅਸੀਂ ਅਪਣਾਉਣਾ ਹੈ B2 ਦੇ ਨਾਲ। B2 ਇੱਧਰ ਹੈ, ਠੀਕ ਹੈ। ਜਿਹੜਾ ਆਹ ਥੀਟਾ ਐਂਗਲ ਹੈ, ਕੋਲ ਵਾਲੀ ਸਾਈਡ ਜਿਹੜੀ ਹੋਏਗੀ ਉਹ ਹੋਏਗੀ B2 cos ਥੀਟਾ, ਦੂਸਰੀ ਜਿਹੜੀ ਬਚਦੀ ਹੈ ਉਹ B2 sin ਥੀਟਾ। ਸਾਡੇ ਕੋਲੇ B1 ਤੇ B2 ਦਾ ਮੈਗਨੀਟਿਊਡ ਸੇਮ ਹੈ, ਇੱਥੇ ਲਿਖਿਆ ਹੋਇਆ B1 ਐਂਡ B2 ਦਾ ਮੈਗਨੀਟਿਊਡ ਜਿਹੜਾ ਹੈ ਸੇਮ ਹੈ। ਅਸੀਂ ਉੱਪਰ ਕੱਢਿਆ ਵੀ ਹੈ μ0/4π m/r² plus L², ਤੇ ਨਾਲ ਆ ਗਿਆ ਸਾਈਨ ਥੀਟਾ ਦਾ ਕੰਪੋਨੈਂਟ। ਇਹਦਾ ਮਤਲਬ ਇਹ ਦੋਨੋਂ ਚੀਜ਼ਾਂ ਤਾਂ ਬਿਲਕੁਲ ਸੇਮ ਨੇ ਤੇ ਬਿਲਕੁਲ ਇੱਕੋ ਹੀ ਪੁਆਇੰਟ ਦੇ ਉੱਪਰ ਐਕਟ ਕਰ ਰਹੀਆਂ ਤੇ ਆਪੋਜ਼ਿਟ ਡਾਇਰੈਕਸ਼ਨ ਵਿੱਚ ਨੇ, ਇਸ ਕਰਕੇ ਇੱਕ ਦੂਜੇ ਨੂੰ ਕੈਂਸਲ ਕਰ ਜਾਂਦੀਆਂ। ਬਾਕੀ ਬਚੇ cos ਕੰਪੋਨੈਂਟ। ਜਿਹੜਾ B1 ਐਂਡ B2 ਹੈ ਉਹ ਬਿਲਕੁਲ ਸੇਮ ਹੈ, ਠੀਕ। ਨਾਲ ਉਹਦੇ cos ਆਇਆ ਉਹ ਵੀ ਸੇਮ ਹੋਏਗਾ, ਸੇਮ ਵੈਲਿਊ ਹੋਏਗੀ ਕਿਉਂਕਿ ਥੀਟਾ ਐਂਗਲ ਸੇਮ ਹੈ ਤੇ ਸੇਮ ਡਾਇਰੈਕਸ਼ਨ ਵਿੱਚ ਐਕਟ ਕਰ ਰਿਹਾ, ਇਸ ਕਰਕੇ ਇਹਨਾਂ ਨੂੰ ਆਪਾਂ ਐਡ ਕਰਨਾ ਤਾਂ ਸਾਡਾ B ਇਕੁਅਲੈਂਟ ਕੀ ਹੋਏਗਾ? B1 cos ਥੀਟਾ ਪਲੱਸ B2 cos ਥੀਟਾ, ਜੋ ਕਿ ਇਕੁਅਲ ਹੈ। ਅਸੀਂ B ਦੇ ਇਕੁਅਲ ਲੈ ਲਿਆ, B1 B2 ਕਿਉਂ ਲਿਖਣਾ ਬਾਰ-ਬਾਰ? ਅਸੀਂ ਉਹਨੂੰ ਲੈ ਲਿਆ ਕਿ ਇਹ B ਹੈ। B ਦੀ ਵੈਲਿਊ ਕੀ ਹੈ? μ0/4π m/r² plus L²। ਇੱਥੇ ਡਬਲ ਹੋ ਗਿਆ। cos ਥੀਟਾ ਦੀ ਵੈਲਿਊ ਹੁਣ ਅਸੀਂ ਫਾਈਂਡ ਕਰਨੀ ਹੈ ਕਿਉਂਕਿ ਅਸੀਂ cos ਥੀਟਾ ਨੂੰ ਵੀ ਸਿੰਪਲੀਫਾਈ ਕਰ ਸਕਦੇ ਹਾਂ। ਜੇ ਅਸੀਂ ਟਰਾਇੰਗਲ ਲੈ ਲਈਏ SOP, ਉੱਪਰ ਦੇਖ ਲੈਂਦੇ ਹਾਂ ਕਿੱਥੇ ਹੈ ਟਰਾਇੰਗਲ SOP, ਤਾਂ ਸਾਡੇ ਕੋਲੇ ਟਰਾਇੰਗਲ ਹੈ SOP। ਇਹ ਵੀ ਰਾਈਟ ਐਂਗਲ ਟਰਾਇੰਗਲ ਹੈ। ਆਹ ਐਂਗਲ ਥੀਟਾ ਹੈ ਸਾਡੇ ਕੋਲੇ। ਜੇ ਅਸੀਂ ਕੀ ਲੈਣਾ ਚਾਹੁੰਦੇ ਹਾਂ? cos ਥੀਟਾ ਦੀ ਵੈਲਿਊ ਲੈਣਾ ਚਾਹੁੰਦੇ ਹੈਗੇ ਤਾਂ ਕੀ ਹੋਏਗੀ? L/, ਹਾਈਪੋਟੇਨਸ। ਤਾਂ ਉਹੀ ਅਸੀਂ ਕੀਤੀ, ਇੱਥੇ ਟਰਾਇੰਗਲ ਲੈ ਲਿਆ SOP, L/ ਹਾਈਪੋਟੇਨਸ ਕਿੰਨਾ ਹੈ? R² plus L² ਦਾ ਅੰਡਰ ਰੂਟ। ਅਸੀਂ ਉਹ ਵੈਲਿਊ B ਇਕੁਆਟੋਰੀਅਲ ਵਿੱਚ ਪੁੱਟ ਕੀਤੀ ਤਾਂ ਸਾਡੇ ਕੋਲ ਆਇਆ 2 × μ0/4π m/r² plus L² into L/r² plus L² ਦਾ ਹਾਫ। ਇਹਦਾ ਅੰਡਰ ਰੂਟ ਜਿਹੜਾ ਲੈਂਦੇ ਹੁੰਦੇ ਹਾਂ ਉਹਨੂੰ ਆਪਾਂ ਹਾਫ ਲਿਖ ਲੈਂਦੇ ਹਾਂ। ਹੁਣ ਸਾਨੂੰ ਪਤਾ ਹੈ ਮੈਗਨੈਟਿਕ ਡਾਈਪੋਲ ਮੂਮੈਂਟ ਕੀ ਹੁੰਦਾ? M = 2m × L। ਤਾਂ ਅਸੀਂ ਉਹਨੂੰ ਰਿਪਲੇਸ ਕਰਤਾ ਤਾਂ ਸਾਡੇ ਕੋਲੇ B ਇਕੁਆਟੋਰੀਅਲ ਜਿਹੜਾ ਆ ਗਿਆ ਉਹ ਹੈ μ0/4π × M/r² plus L² to the power 3/2, ਕਿਉਂਕਿ ਇੱਥੇ ਪਾਵਰ ਜਿਹੜੀ ਹੈ ਉਹ 1 ਹੈ, ਇੱਥੇ ਪਾਵਰ ਹਾਫ ਹੈ। ਪਾਵਰਸ ਗੈਟ ਐਡਿਡ ਬਿਕੋਜ਼ ਬੇਸਿਸ ਸੇਮ ਹੈ
ठीक, हुण जे असीं इहनूं वैक्टर नोटेशन विच लिखना चाहिए तो बी इक्वेटोरियल कितना आया -μ0/4 इंटू m डिवाइडेड बाय r स्क्वायर प्लस l स्क्वायर टू दी पावर 3/2। इत्थे नैगेटिव साइन क्यों आया? नैगेटिव साइन इस करके आया है क्योंकि जिहड़ी मैगनैटिक मोमेंट ते मैगनैटिक फील्ड ऑन इक्वेटोरियल लाइन दी डायरैक्शन है वो एक दूजे तो ऑपोजिट जा रही है। मैगनैटिक मोमेंट जिहड़ी हुंदी है वो हुंदी है साउथ टू नॉर्थ, ठीक। तो जिहड़ी इत्थे मैगनैटिक फील्ड ऑफ अलॉन्ग इक्वेटोरियल लाइन जिहड़ी जा रही है वो असी ऑपोजिट डायरैक्शन विच देख पा रहे हैं। इस करके असी नैगेटिव साइन इंट्रोड्यूस किया है क्योंकि उन्होंने डायरैक्शन एक दूजे तो ऑपोजिट है। हुण इत्थे भी असी एक केस लै लैना है ਜਦੋਂ ਲੈਂਥ ਜਿਹੜੀ ਹੈ ਉਹ ਬਹੁਤ ਛੋਟੀ ਰਹਿ ਜਾਂਦੀ ਹੈਗੀ ਫਰੋਮ ਦੀ ਡਿਸਟੈਂਸ, ਜਿਹੜਾ ਪੁਆਇੰਟ ਦਾ ਡਿਸਟੈਂਸ ਹੈ ਮੈਗਨੇਟ ਤੋਂ, ਤਾਂ ਸਾਡੇ ਕੋਲੇ ਸਿੰਪਲੀਫਾਈ ਹੋ ਕੇ ਫਾਰਮੂਲਾ ਆ ਜਾਂਦਾ ਹੈ μ0/4 m/r³ ਤੇ ਇਹ ਐਕਟ ਕਰ ਰਿਹਾ ਅਲੋਂਗ px'। px' ਦਾ ਮਤਲਬ x ਦੀ ਨੈਗੇਟਿਵ ਸਾਈਡ। ਜੇ ਅਸੀਂ O ਨੂੰ ਸੈਂਟਰ ਲੈ ਲੈਂਦੇ ਹੈਗੇ ਐਕਸਿਸ ਦਾ, ਤਾਂ ਇੱਕ ਸਾਈਡ x ਐਕਸਿਸ ਹੋਏਗੀ ਤੇ ਦੂਸਰੀ ਸਾਈਡ -x ਐਕਸਿਸ ਹੋਏਗੀ, ਤਾਂ ਇਹ x' ਅਸੀਂ ਉਹਨੂੰ ਹੀ ਲੈ ਰਹੇ ਹਾਂ। ਹੁਣ ਜੇ ਅਸੀਂ ਇਹਨਾਂ ਦੋਨੋਂ ਇਕੁਏਸ਼ਨਸ ਉੱਪਰ ਆਪਾਂ ਫਾਈਂਡ ਕੀਤੀਆਂ, ਇੱਕ ਤਾਂ ਇਕੁਟੋਰੀਅਲ ਲਾਈਨ μ0/4 m/r³ ਆ ਗਿਆ, ਤੇ ਅਸੀਂ ਐਕਸੀਅਲ ਲਾਈਨ ਵਿੱਚ ਜਦੋਂ ਕੀਤਾ ਸੀਗਾ ਤਾਂ ਉਦੋਂ ਆ ਰਿਹਾ μ0/4 ਇੰਟੂ 2m/r³। ਇਹਦਾ ਮਤਲਬ ਐਕਸੀਅਲ ਲਾਈਨ ਦੇ ਉੱਪਰ ਡਬਲ ਹੁੰਦੀ ਹੈ ਮੈਗਨੈਟਿਕ ਫੀਲਡ। ਆ 2 ਦਾ ਫੈਕਟਰ ਆ ਰਿਹਾ ਹੈ, ਤੁਹਾਨੂੰ ਦਿਖ ਹੀ ਰਿਹਾ ਹੋਏਗਾ ਪਲੀਜ਼। ਇਹਦਾ ਮਤਲਬ ਐਕਸੀਅਲ ਲਾਈਨ ਤੇ ਮੈਗਨੈਟਿਕ ਫੀਲਡ ਜਿਹੜੀ ਹੈ ਉਹ ਜ਼ਿਆਦਾ ਐਕਸਪੀਰੀਅੰਸ ਕੀਤੀ ਜਾਂਦੀ ਹੈ ਐਜ਼ ਕੰਪੇਅਰ ਟੂ ਇਕੁਟੋਰੀਅਲ ਲਾਈਨ। ठीक है जी, हुण अगे असी करना है टॉर्क ऑन अ बार मैगनेट इन मैगनैटिक फील्ड। मतलब एक बार मैगनेट नूं यूनीफॉर्म मैगनैटिक फील्ड विच रख लिया तो जिहड़ा बार मैगनेट है वो एक टॉर्क एक्सपीरियंस करता है, असी उहदी वैल्यू फाइंड करनी है। इस दे वास्ते उही असी दोबारा तो बार मैगनेट कंसीडर कर ली, उहदी पोल स्ट्रेंथ m है, 2l उहदा मैगनैटिक लेंथ है, सब कुछ उही कंसीडर कर लिया। हुण ये बार मैगनेट जिहड़ी है यूनीफॉर्म मैगनैटिक फील्ड की डायरैक्शन असी बना ली, यूनीफॉर्म मैगनैटिक फील्ड इस डायरैक्शन से जा रही है, तो यह बार मैगनेट एट एन एंगल थीटा पई है, ठीक है जी, एट एन एंगल थीटा पई है। हुण असी टॉर्क फाइंड करनी है। सानू पता है फोर्स जिहड़ी है उहदा फॉर्मूला हुंदा है मैगनैटिक स्ट्रेंथ मल्टीप्लाई बाय मैगनैटिक फील्ड, ठीक है। तो नॉर्थ पोल दे करके जिहड़ी फोर्स लग रही है वो होएगी m इंटू कैपिटल B, क्योंकि कैपिटल B असी ओह बाहरली एक्सटर्नल मैगनैटिक फील्ड लई है। यूनीफॉर्म मैगनैटिक फील्ड जिहड़ी असी बाहरों लगाई है ਉਹਦੀ वैल्यू है कैपिटल B, ठीक। उस तो बाद फोर्स ड्यू टू साउथ पोल ऑन दी साउथ पोल कितनी एक्सपीरियंस होएगी m इंटू कैपिटल B। ये दोनों दी दोनों जिहड़ियां फोर्सिस ने ये एक दूजे तो ऑपोजिट डायरैक्शन विच एक्ट कर रही हैं, ठीक है। साउथ पोल दे उपर ऑपोजिट टू दी मैगनैटिक फील्ड जिहड़ी बाहरों लग रही है, नॉर्थ पोल दे उपर अलॉन्ग दी मैगनैटिक फील्ड जिहड़ी बाहरों लग रही है, ठीक है जी। हुण ये बार मैगनेट जिहड़ी है ये 2 इक्वल एंड ऑपोजिट फोर्सिस नाल एक्सपीरियंस कर रही है, आपदे उपर 2 इक्वल एंड ऑपोजिट फोर्सिस एक्सपीरियंस कर रही है, ठीक है। पर ये दोनों फोर्सिस सेम लाइन ऑफ एक्शन के उपर नहीं हैगियां। क्योंकि ये सेम लाइन ऑफ एक्शन के उपर नहीं हैगियां, साडियां फोर्सिस कित्थे ने, आह है पहला लाइन ऑफ एक्शन इस डायरैक्शन जा रहा है तो साडी लाइन ऑफ एक्शन इत्थे है, दूसरा एम बी जिहड़ा नॉर्थ पोल के उपर लग रही है वो उपर है। ये सेम लाइन ऑफ एक्शन के उपर नहीं है, इन्हां विच परपेंडिकुलर डिस्टेंस है। वो परपेंडिकुलर डिस्टेंस कितना है, दैट वैल्यू इज इक्वल टू NK, ठीक है। ये परपेंडिकुलर डिस्टेंस कितना आ रहा है NK, जिसकी वैल्यू असी फाइंड करनी है। जे परपेंडिकुलर डिस्टेंस दे नाल सैपरेटेड ने, इहदा मतलब ये एक दूजे नूं कैंसल नहीं कर सकदियां, बल्कि की करनगियां एक टॉर्क एक्सपीरियंस करवाणगियां मैगनेट नूं। ये टॉर्क जिहड़ी है वो एक्सपीरियंस की जा रही है मैगनेट दे करके, उसकी वैल्यू होएगी फोर्स इंटू परपेंडिकुलर डिस्टेंस। परपेंडिकुलर डिस्टेंस सानूं पता है KN है, फोर्स कितनी है दोनों केसिस दे विच इक्वल है m इंटू कैपिटल B। जे असी ये ट्राइंगल लै लैंदे हैं NKS, ठीक है जी, तो साडे कोल इत्थे एक एंगल है थीटा, थीटा एंगल बन रहा है। हुण असी साइन थीटा लईए तो KN/SN बनिया, तो KN/2L। SN जिहड़ा है SN जिहड़ा है ये मैगनैटिक लेंथ है विच इज़ इक्वल टू 2L, तो साडे कोले साइन थीटा की वैल्यू आ गई KN/2L, तो KN की वैल्यू क्या आ गई 2L डिवाइडेड बाय साइन थीटा आ गया जी। तो असी यह वैल्यू उपर टॉर्क के फॉर्मूला में पुट कर सकते हैं MB2L इंटू साइन थीटा। कैपिटल M मैगनैटिक मोमेंट की होंगी है M इंटू 2L, असी उहदे नाल रिप्लेस करता
ਤਾਂ ਸਾਡੇ ਕੋਲ ਇੱਥੇ ਸਾਈਨ ਥੀਟਾ ਆ ਰਿਹਾ ਹੈ ਤਾਂ ਅਸੀਂ ਇਹਨੂੰ ਕ੍ਰੋਸ ਪ੍ਰੋਡਕਟ ਦੀ ਫਾਰਮ ਵਿੱਚ ਲਿਖ ਸਕਦੇ ਹਾਂ। ਤਾਂ ਸਾਡੇ ਕੋਲ ਟਾਰਕ ਕਿੰਨੀ ਆ ਗਈ, m क्रॉस b। ਜੇ ਅਸੀਂ ਕੁਝ ਕੇਸਿਸ ਲੈ ਲਈਏ, ਪਹਿਲਾ ਕੇਸ ਲੈ ਲਈਏ ਥੀਟਾ 90 ਡਿਗਰੀਜ਼ ਦੇ, ਤਾਂ ਸਾਈਨ ਥੀਟਾ ਕਿੰਨਾ ਹੋਏਗਾ, ਸਾਈਨ 90 1 ਹੁੰਦਾ। ਤਾਂ ਜਿਹੜੀ ਟਾਰਕ ਐਕਸਪੀਰੀਅੰਸ ਕੀਤੀ ਜਾ ਰਹੀ ਹੈ ਉਹ ਹੈ mb ਵਿਚ ਇਜ਼ ਦੀ ਮੈਕਸਿਮਮ ਟਾਰਕ ਜਿਹੜੀ ਹੈ ਮੈਗਨੈਟਿਕ ਜਿਹੜਾ ਬਾਹਰ ਮੈਗਨੇਟ ਐਕਸਪੀਰੀਅੰਸ ਕਰੇਗੀ। ਨੈਕਸਟ ਹੈ ਥੀਟਾ 0 ਹੈ ਤਾਂ ਸਾਈਨ 0 0 ਹੁੰਦਾ। ਤਾਂ ਜੇ ਜਿਹੜੀ ਬਾਹਰ ਮੈਗਨੇਟ ਹੈ ਉਹ ਬਿਲਕੁਲ ਅਲਾਈਨ ਹੋਏਗੀ, ਇਸ ਡਾਇਰੈਕਸ਼ਨ ਵਿੱਚ ਮੈਗਨੈਟਿਕ ਫੀਲਡ ਹੈ ਤੇ ਇਸੇ ਡਾਇਰੈਕਸ਼ਨ ਵਿੱਚ ਅਸੀਂ ਨਾਰਥ ਤੇ ਸਾਊਥ ਪੋਲ ਰੱਖ ਦਿੱਤੇ ਤਾਂ ਉਸਨੇ ਕੋਈ ਵੀ ਟਾਰਕ ਐਕਸਪੀਰੀਅੰਸ ਨਹੀਂ ਕਰਨੀ। ਇਸ ਦਾ ਮਤਲਬ ਇਹ ਹੈ ਜੇ ਉਹ ਉਸੇ ਡਾਇਰੈਕਸ਼ਨ ਦੇ ਵਿੱਚ ਪਈ ਹੋਏਗੀ ਤਾਂ ਉਹ ਕੋਈ ਵੀ ਟਾਰਕ ਐਕਸਪੀਰੀਅੰਸ ਨਹੀਂ ਕਰੇਗੀ। ਇਸ ਦੇ ਨਾਲ ਹੀ ਜਿਹੜੇ ਸਾਡੇ ਟੌਪਿਕਸ ਵਿੱਚੋਂ ਰਹਿ ਗਏ ਸੀਗੇ, ਰਹੇ ਨਹੀਂ ਸੀਗੇ ਐਕਚੁਅਲੀ ਬੇਟਾ, ਉਹ CBSE ਵਾਲਿਆਂ ਨੇ ਆਦੇ ਸਿਲੇਬਸ ਵਿੱਚੋਂ ਕੱਟਤੇ ਆ, ਪਰ ਸਟੇਟ ਬੋਰਡ ਵਾਲਿਆਂ ਨੇ ਹਜੇ ਰੱਖੇ ਹੋਏ ਆ। ਇਸ ਕਰਕੇ ਤੁਹਾਨੂੰ ਇਹ ਅਲੱਗ ਵੀਡੀਓ 'ਚ ਮੈਂ ਸਮਝਾਏ ਨੇ ਤਾਂ ਕਿ ਜਿਨ੍ਹਾਂ ਨੂੰ ਜਿਹੜੇ ਵੀ ਟੌਪਿਕਸ ਕਰਨ ਦੀ ਲੋੜ ਹੈ ਉਹ ਉਸ ਹਿਸਾਬ ਨਾਲ ਆਪਦੀ ਵੀਡੀਓ ਦੇਖ ਸਕਣ। ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਸਮਝ ਆ ਗਿਆ ਹੋਵੇਗਾ ਅਤੇ ਅੱਜ ਇਹ ਸਾਡਾ ਚੈਪਟਰ ਕੰਪਲੀਟ ਹੋ ਗਿਆ।